Subscribe to our YouTube channel. Press the bell icon to get the latest updates. ਅੱਜ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ। ਸ਼ਹੀਦਾਂ ਦੇ ਚਰਨਾਂ 'ਚ ਮੈਂ ਆਪਣਾ ਸਿਰ ਝੁਕਾਉਣਾ ਹੈ। ਆਪਾਂ ਅੱਜ ਗੁਰੂ ਦੀ ਨਗਰੀ 'ਚ ਬੈਠੇ ਹਾਂ। ਇੱਥੇ ਤੁਸੀਂ ਜਾਣਦੇ ਹੋ ਪਹਿਲੇ ਸੇਵਾ ਬੀਬੀ ਉਪਿੰਦਰਜੀਤ ਕੌਰ ਜੀ ਕਰ ਰਹੇ ਸੀ। ਉਹਨਾਂ ਨੇ ਪਰਿਵਾਰ ਨੇ ਬਹੁਤ ਲੰਬੀ ਸੇਵਾ ਕੀਤੀ। ਬਹੁਤ ਬਾਦਲ ਸਾਹਿਬ ਨਾਲ ਉਹਨਾਂ ਦਾ ਸਾਥ ਦੇ ਕੇ ਲਗਾਤਾਰ ਇਸ ਇਲਾਕੇ ਦੀ ਡਿਵੈਲਪਮੈਂਟ ਕਰਾਈ। ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਪਰਿਵਾਰ ਦਾ ਤੇ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹੈ। ਅੱਜ ਆਪਾਂ ਕਿਉਂ ਇਕੱਠੇ ਹੋਏ ਆ? ਕਿਉਂਕਿ ਆਪਾਂ ਇੱਕ ਫੈਸਲਾ ਲੈਣਾ ਹੈ। ਆਪਣੀ ਸੂਬੇ ਦੀ ਅਗਵਾਈ ਕਿਸ ਨੂੰ ਦੇਣੀ ਹੈ? ਕਿਉਂਕਿ ਜਿਸ ਨੂੰ ਅਗਵਾਈ ਦੇਵਾਂਗੇ ਉਹਦੇ ਹੱਥ ਆਪਾਂ ਆਪਣੀ ਕਿਸਮਤ ਦੇਵਾਂਗੇ। ਆ ਜਿਹੜੀ ਜੰਗ ਹੈ, ਇਸ ਜੰਗ ਵਿੱਚ ਚਾਰ ਮੁੱਖ ਪਾਰਟੀਆਂ ਸਮਝ ਲਓ। ਇੱਕ ਭਾਰਤੀ ਜਨਤਾ ਪਾਰਟੀ, ਇੱਕ ਕਾਂਗਰਸ, ਇੱਕ ਆਮ ਆਦਮੀ ਪਾਰਟੀ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਗੱਠਜੋੜ। ਸ਼੍ਰੋਮਣੀ ਅਕਾਲੀ ਦਲ ਇਹਨਾਂ ਸਾਰੇ ਗੱਠਜੋੜਾਂ ਚੋਂ ਕੱਲੀ ਹੈ ਜਿਹੜੀ ਪੰਜਾਬ ਦੀ ਤੇ ਪੰਥ ਦੀ ਜਥੇਬੰਦੀ ਹੈ। ਪੰਜਾਬ ਤੇ ਪੰਥ ਦੀ ਫੌਜ ਹੈ। 100 ਸਾਲ ਪੁਰਾਣੀ ਜਥੇਬੰਦੀ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ। ਅੱਜ ਤਿੰਨ ਸੂਬਿਆਂ ਦੀਆਂ ਸਰਕਾਰਾਂ ਦਾ ਟਾਕਰਾ ਤੁਹਾਡੀ ਜਥੇਬੰਦੀ ਨਾਲ ਹੋ ਰਿਹਾ ਹੈ। ਜਿਵੇਂ ਤੁਸੀਂ ਦੇਖ ਲਓ, ਜਿਵੇਂ ਕੋਈ ਹਿੰਦੁਸਤਾਨ ਤੇ ਤਿੰਨ ਵੱਡੇ ਮੁਲਕ ਹਮਲਾ ਇਕੱਠੇ ਕਰ ਦੇਣ। ਇੱਕ ਪਾਸੇ ਅਮਰੀਕਾ ਦੀ ਫੌਜ, ਇੱਕ ਪਾਸੇ ਰਸ਼ੀਆ ਦੀ ਫੌਜ, ਇੱਕ ਪਾਸੇ ਚਾਈਨਾ ਦੀ ਫੌਜ। ਉਵੇਂ ਹੀ ਇੱਕ ਪਾਸੇ ਸੈਂਟਰ ਦੀ ਹੁਕੂਮਤ, ਦੂਜੇ ਪਾਸੇ ਦਿੱਲੀ ਸਰਕਾਰ, ਤੀਜੇ ਪਾਸੇ ਕਾਂਗਰਸੀ ਪੰਜਾਬ ਦੀ ਸਰਕਾਰ। ਤਿੰਨਾਂ ਤਾਕਤਾਂ ਨੇ ਇੱਕੋ ਇੱਕ ਨਿਸ਼ਾਨਾ ਬਣਾਇਆ ਕਿ ਪੰਥ ਦੀ ਨੁਮਾਇੰਦਾ, ਪੰਜਾਬੀਆਂ ਦੀ ਨੁਮਾਇੰਦਾ, ਖਾਲਸਾ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਅਸੀਂ ਹਰਾਉਣਾ ਹੈ। ਸਾਨੂੰ ਮਾਣ ਹੈ ਆਪਣੀ ਫੌਜ ਤੇ, ਸਾਨੂੰ ਮਾਣ ਹੈ ਆਪਣੀ ਜਥੇਬੰਦੀ ਤੇ। ਭਾਵੇਂ 3 ਸੂਬੇ ਆ ਜਾਣ ਦੀਆਂ ਸਰਕਾਰਾਂ ਆ ਜਾਣ, ਭਾਵੇਂ 10 ਸੂਬਿਆਂ ਦੀਆਂ ਸਰਕਾਰਾਂ ਆ ਜਾਣ, ਜਿੱਤ ਤੁਹਾਡੀ ਹੋਣੀ ਹੈ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਆ ਜਿਹੜੀਆਂ 3 ਸਰਕਾਰਾਂ, 3 ਪਾਰਟੀਆਂ ਦੀਆਂ ਸਰਕਾਰਾਂ ਜਿਹੜੀਆਂ ਇੱਥੇ ਆਉਣਾ ਚਾਹੁੰਦੀਆਂ, ਪੰਜਾਬ 'ਚ ਕਬਜ਼ਾ ਕਰਨਾ ਚਾਹੁੰਦੇ ਆ, ਉਹਨਾਂ ਦਾ ਤੁਹਾਡੇ ਨਾਲ ਕੋਈ ਲਗਾਅ ਨਹੀਂ, ਉਹਨਾਂ ਦਾ ਤੁਹਾਡੇ ਨਾਲ ਕੋਈ ਹਮਦਰਦੀ ਨਹੀਂ। ਉਹਨਾਂ ਨੇ ਇਕੱਲਾ ਇੱਥੇ ਆ ਕੇ ਰਾਜ ਕਰਕੇ, ਜਿਵੇਂ ਅੰਗਰੇਜ਼ਾਂ ਨੇ ਰਾਜ ਕੀਤਾ ਤੇ ਲੁੱਟ ਕੇ ਚਲੇ ਗਏ, ਉਹੀ ਨਿਸ਼ਾਨਾ ਉਹਨਾਂ ਦਾ ਹੈ। ਤੁਸੀਂ ਦੇਖ ਲਿਆ ਕਾਂਗਰਸ ਪਾਰਟੀ ਦਾ, ਜਦੋਂ ਵੀ ਪੰਜਾਬ ਵਿੱਚ ਰਾਜ ਆਉਂਦਾ ਕੁਛ ਨਹੀਂ ਕਰਦੇ ਲੁੱਟਣ ਤੋਂ ਬਗੈਰ। ਤੁਹਾਡੇ ਸਾਹਮਣੇ 2002 ਤੇ 2007 ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ। ਇੱਕ ਨਿਸ਼ਾਨੀ ਤੁਸੀਂ ਯਾਦ ਨਹੀਂ ਕਰ ਸਕਦੇ ਕਿ ਕੈਪਟਨ ਦੀ ਸਰਕਾਰ ਨੇ ਆਹ ਚੀਜ਼ ਪੰਜਾਬ 'ਚ ਬਣਾਈ ਹੋਏ। ਉਵੇਂ ਹੁਣ ਪਿਛਲੇ 5 ਸਾਲ ਇੱਕ ਵੀ ਚੀਜ਼
ਤੁਸੀਂ ਯਾਦ ਨਹੀਂ ਕਰ ਸਕਦੇ। ਮੈਂ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਪੁੱਛਣਾ ਚਾਹਣਾ ਕਿ ਮੈਨੂੰ ਇੱਕ ਸਕੂਲ ਦਾ ਨਾਮ ਦੱਸ ਦਿਓ ਪਿੰਡ ਦਾ ਜਿੱਥੇ ਉਹਨਾਂ ਨੇ ਕੋਈ ਨਵਾਂ ਸਕੂਲ ਬਣਾਇਆ ਹੋਏ, ਇੱਕ ਹਸਪਤਾਲ ਦੱਸ ਦਿਓ ਨਵਾਂ ਜਿਹੜਾ ਬਣਾਇਆ ਹੋਏ, ਇੱਕ ਪੁਲ ਬਣਾਇਆ ਹੋਏ, ਇੱਕ ਗਰੀਬ ਨੂੰ ਕੋਈ ਸਹੂਲਤ ਦਿੱਤੀ ਹੋਏ। 5 ਸਾਲ ਬਰਬਾਦ ਕਰ ਦਿੱਤੇ। ਆ ਜਿਹੜੇ 5 ਸਾਲ ਟੱਪੇ ਆ, ਗੁੰਡਾਗਰਦੀ ਦਾ ਰਾਜ, ਮਾਫੀਆ ਦਾ ਰਾਜ, ਲੁੱਟ ਖੋਹ ਦਾ ਰਾਜ। ਇਹਨਾਂ ਦੇ ਐਮਐਲਏ ਆਪਣੇ ਆਪ ਨੂੰ ਐ ਸਮਝਦੇ ਕਿ ਪਤਾ ਨਹੀਂ ਸਾਰਾ ਕੁਝ ਹੀ ਸਾਡਾ ਹੈ। ਪੁਲਿਸ ਨੂੰ ਐ ਵਰਤਿਆ ਜਿਵੇਂ ਆਪਣੀ ਫੌਜ ਹੈ। ਖਾਸ ਕਰਕੇ ਤੁਹਾਡੇ ਹਲਕੇ ਸੁਲਤਾਨਪੁਰ ਲੋਧੀ ਦਾ ਜਿਹੜਾ ਕਾਂਗਰਸੀ ਵਿਧਾਇਕ ਚੀਮਾ ਹੈ, ਜਿੰਨੀ ਗੁੰਡਾਗਰਦੀ ਉਹਨੇ ਕੀਤੇ, ਜਿੰਨੀ ਧੱਕਾ ਉਹਨੇ ਕੀਤਾ, ਜਿੰਨੇ ਆਪਣੇ ਵਰਕਰਾਂ ਤੇ ਝੂਠੇ ਕੇਸ ਕਰਾਏ, ਪਰਿਵਾਰਾਂ ਨੂੰ ਘਰੋਂ ਕੱਢ ਕੇ ਰੱਖਿਆ। ਮੈਂ ਤੁਹਾਨੂੰ ਵਾਅਦਾ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਵਾਅਦਾ ਕਰਦਾ ਇਨਸਾਫ ਤੁਹਾਨੂੰ 2 ਮਹੀਨਿਆਂ 'ਚ ਹੀ ਮਿਲ ਜੂਗਾ। 2 ਮਹੀਨੇ 'ਚ ਜਿਸ ਦਿਨ ਸਰਕਾਰ ਬਣੀ 2-3 ਕੰਮ ਮੈਂ ਪਹਿਲੇ ਦਿਨ ਹੀ ਕਰਨੇ ਆ। ਇੱਕ ਤਾਂ ਕਮਿਸ਼ਨ ਹੈ ਜਿਹੜਾ 2 ਮਹੀਨਿਆਂ ਦੇ ਅੰਦਰ ਪੂਰੇ ਪੰਜਾਬ ਵਿੱਚ ਜਿੱਥੇ ਜਿੱਥੇ ਝੂਠੇ ਕੇਸ ਕੀਤੇ ਗਏ ਆ ਉਹਨਾਂ ਦੀ ਲਿਸਟ ਬਣੇਗੀ, ਉਹਨਾਂ ਦੀ ਸ਼ਨਾਖਤ ਕੀਤੀ ਜਾਏਗੀ ਤੇ ਜਿਹੜੇ ਅਫਸਰ ਨੇ ਝੂਠੇ ਕੇਸ ਕੀਤੇ ਆ ਉਹਨੂੰ ਡਿਸਮਿਸ ਕੀਤਾ ਜਾਊਗਾ, ਨੌਕਰੀ ਚੋਂ ਕੱਢਿਆ ਜਾਊਗਾ। ਆ ਮੇਰੀ ਤੁਹਾਡੇ ਨਾਲ ਜ਼ਬਾਨ ਹੈ। ਤੇ ਕਿਹੜੇ ਕਾਂਗਰਸੀ ਨੇ ਕਰਾਏ ਆ ਉਹ ਵੀ ਅੰਦਰ ਜਾਣਗੇ। ਇੰਨਾ ਜ਼ੁਲਮ 85 ਸਾਲ ਦੇ ਬਜ਼ੁਰਗਾਂ ਨੂੰ ਅੰਦਰ ਕੀਤਾ, 16 ਸਾਲ ਦੀਆਂ ਲੜਕੀਆਂ ਆਪਣੀਆਂ ਬੇਟੀਆਂ ਨੂੰ ਅੰਦਰ ਕੀਤਾ। ਆ ਜਿਹੜਾ ਇੱਥੋਂ ਦਾ ਵਿਧਾਇਕ ਤਾਂ ਲੁੱਟਣ ਤੇ ਲੱਗਿਆ। ਸਭ ਤੋਂ ਵੱਡਾ ਰੇਤ ਮਾਫੀਆ ਆਪ ਹੈ, ਡਰੱਗਸ ਆਪਣੇ ਵਿਕਾਉਂਦੇ ਆ। ਆ ਕੋਈ ਐਮਐਲਏ ਹੈ? ਆ ਤਾਂ ਡਿਕਟੇਟਰ ਬਣਿਆ ਫਿਰਦਾ। ਇਸ ਕਰਕੇ ਮੈਂ ਤੁਹਾਨੂੰ ਆਹੀ ਬੇਨਤੀ ਕਰਨਾ ਚਾਹਣਾ, ਆਪਣਾ ਰਾਜ ਲੈ ਕੇ ਆਓ, ਜਿਹੜਾ ਗਰੀਬ ਦਾ ਰਾਜ ਹੋਏ, ਕਿਸਾਨ ਦਾ ਰਾਜ ਹੋਏ, ਵਪਾਰੀ ਦਾ ਰਾਜ ਹੋਏ। ਤੁਸੀਂ ਜਾਣਦੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣੇ। ਕਿਉਂ ਬਣੇ? ਕਿਉਂਕਿ ਉਹ ਜਨਤਾ ਦੇ ਮੁੱਖ ਮੰਤਰੀ ਸੀ, ਤੁਹਾਡੇ ਵਿੱਚ ਰਹਿੰਦੇ ਸੀ, ਤੁਹਾਡੀਆਂ ਤਕਲੀਫਾਂ ਹੱਲ ਕਰਦੇ ਸੀ, ਤੁਹਾਡੇ ਹੱਕ ਦੇ ਫੈਸਲੇ ਲੈਂਦੇ ਸੀ। ਜੋ ਕਮੀਆਂ ਪੰਜਾਬ ਦੇ ਗਰੀਬ ਕਿਸਾਨ ਮਜ਼ਦੂਰ ਨੂੰ ਉਹਨਾਂ ਨੇ ਆਪ ਉਹਨਾਂ ਨੂੰ ਹੱਲ ਕੀਤੀਆਂ। ਅੱਜ ਤੁਸੀਂ ਪੰਜਾਬ ਦੇਖ ਲਓ, ਸਾਰੇ ਪੰਜਾਬ ਤਰਫ ਦੇਖੋ, ਜੋ ਕੁਝ ਚੀਜ਼ ਬਣਿਆ ਕਿਦੋਂ ਬਣਿਆ। ਜੇ ਤੁਸੀਂ ਪਤਾ ਕਰਾਓਗੇ ਕਿ ਜਿੰਨੇ ਵੀ ਥਰਮਲ ਪਲਾਂਟ ਪੰਜਾਬ ਸੀਗੇ ਜਿੱਥੋਂ ਬਿਜਲੀ ਪੰਜਾਬ ਨੂੰ ਆਉਂਦੀ ਹੈ, ਸਾਰੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਏ ਹੈ। ਪਾਖੜਾ ਡੈਮ ਤੋਂ ਬਗੈਰ ਸਾਰੇ ਹੀ ਡੈਮਸ ਦਾ ਬਾਦਲ ਨੇ ਬਣਾਏ ਹੈ। ਜਿੰਨੀਆਂ ਨਹਿਰਾਂ ਤੇ ਕੱਸੀਆਂ ਜਿੱਥੋਂ ਖੇਤੀ ਨੂੰ ਪਾਣੀ ਆਉਂਦਾ 85% ਦੀਆਂ ਸਾਰੀਆਂ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈਆਂ। 16 ਲੱਖ ਟਿਊਬਵੈਲ ਕਨੈਕਸ਼ਨ ਚੋਂ 13.5 ਲੱਖ ਤੋਂ 13.5 ਲੱਖ ਕਨੈਕਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਦਿੱਤੇ ਗਏ ਹੈ। ਆ ਜਿਹੜੀਆਂ ਮੰਡੀਆਂ ਬੈਠੇ ਆ, ਆ ਪੰਜਾਬ 'ਚ 2200 ਮੰਡੀ ਹੈ, 2100 ਤੋਂ ਵੱਧ ਮੰਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਬਣੀ ਹੈ। ਗਰੀਬ ਨੂੰ ਆਟਾ ਦਾਲ ਦੀ ਸਕੀਮ, ਸ਼ਗਨ ਸਕੀਮ, ਪੈਨਸ਼ਨ ਸਕੀਮ, ਐਸਸੀ ਪਰਿਵਾਰਾਂ ਨੂੰ ਸਕਾਲਰਸ਼ਿਪ ਦਿੰਦੇ ਸੀ ਬਾਦਲ ਸਾਹਿਬ। 4.5 ਲੱਖ ਬੱਚੇ ਹਰ ਸਾਲ ਕਾਲਜਾਂ 'ਚ ਪੜਾਉਂਦੇ। ਪਰ ਦੁੱਖ ਇਸ ਗੱਲ ਦਾ ਕਿ ਜਦੋਂ ਸਰਕਾਰ ਬਦਲੀ ਸਕਾਲਰਸ਼ਿਪ ਸਕੀਮ ਬੰਦ ਕਰ ਦਿੱਤੀ। ਪੁੱਛੋ ਆਪਣੇ ਵਿਧਾਇਕ ਨੂੰ, ਤੈਨੂੰ ਕਿਉਂ ਵੋਟਾਂ ਦਈਏ? ਸਾਡੇ ਬੱਚੇ ਜਿਹੜੇ ਗਰੀਬ ਬੱਚੇ ਮੁਫਤ ਪੜ੍ਹਦੇ ਸੀ ਅੱਜ ਵਿਚਾਰੇ ਕਾਲਜਾਂ ਤੋਂ ਬਾਹਰ ਹੈ। ਕੀ ਆ ਹੱਕਦਾਰ ਹੈ ਵੋਟ ਦੇ?
ਕੱਲਿਆਂ ਨਹੀਂ, ਜਿਹੜੀਆਂ ਚੀਜ਼ਾਂ ਅਸੀਂ ਬਣਾਈਆਂ ਸੀ ਉਹ ਵੀ ਖਰਾਬ ਕਰਤੀਆਂ, ਬੰਦ ਕਰਤੀਆਂ। ਮੈਂ ਸੇਵਾ ਕੇਂਦਰ ਬਣਾਏ ਤੁਹਾਡੇ ਪਿੰਡਾਂ ਵਿੱਚ ਕਿ ਤੁਸੀਂ ਆਪਣਾ ਕੰਮ ਸਰਕਾਰੀ ਦਫ਼ਤਰਾਂ ਤੋਂ ਜਾਣ ਦੇ ਬਜਾਏ ਆਪਣੇ ਪਿੰਡਾਂ 'ਚ ਹੀ ਕਰਾ ਲਓ। ਕਾਂਗਰਸ ਸਰਕਾਰ ਆ ਕੇ ਉਹਨਾਂ ਨੇ ਸੇਵਾ ਕੇਂਦਰ ਬੰਦ ਕਰ ਦਿੱਤੇ। ਅਸੀਂ ਨੌਜਵਾਨਾਂ ਨੂੰ ਜਿਮ ਖੇਡਾਂ ਦਾ ਸਮਾਨ ਦਿੰਦੇ, ਇਹਨਾਂ ਨੇ ਬੰਦ ਕਰ ਦਿੱਤਾ। ਅਸੀਂ ਕਬੱਡੀ ਵਰਲਡ ਕੱਪ ਕਰਾਉਂਦੇ, ਨੌਜਵਾਨਾਂ ਨੂੰ ਕਬੱਡੀ ਦੇ ਨਾਲ ਲਾਇਆ, ਕਾਂਗਰਸ ਦੀ ਸਰਕਾਰ ਆਉਣ ਤੇ ਬੰਦ ਕਰ ਦਿੱਤਾ। ਅਸੀਂ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ। ਮਤਲਬ ਕੀ ਸੀ ਕਿ ਬਹੁਤ ਗਰੀਬ, ਬਹੁਤ ਮਾਈਆਂ ਬਜ਼ੁਰਗ ਜਿਨ੍ਹਾਂ ਕੋਲੇ ਆਪਣੇ ਸਾਧਨ ਨਹੀਂ, ਹਜ਼ੂਰ ਸਾਹਿਬ ਦਰਸ਼ਨ ਕਰਨਾ ਚਾਹੁੰਦੇ ਹੈ, ਕੋਈ ਵੈਸ਼ਨੂ ਦੇਵੀ ਜਾਣਾ ਚਾਹੁੰਦੇ ਹੈ, ਕੋਈ ਬਨਾਰਸ ਜਾਣਾ ਚਾਹੁੰਦੇ ਹੈ, ਜਿੱਥੇ ਜਿੱਥੇ ਆਸਥਾ ਉੱਥੇ ਜਾਣਾ ਚਾਹੁੰਦੇ ਹੈ। ਅਸੀਂ ਟ੍ਰੇਨਾਂ ਤੇ ਬੱਸਾਂ ਸ਼ੁਰੂ ਕੀਤੀਆਂ, ਤੀਰਥ ਯਾਤਰਾ ਚਲਦੀ ਸ਼ੁਰੂ ਹੋਈ, ਪਰ ਕਾਂਗਰਸ ਨੇ ਆ ਕੇ ਬੰਦ ਕਰ ਦਿੱਤੀ। ਅਸੀਂ ਲੜਕੀਆਂ ਨੂੰ 11ਵੀਂ ਤੇ 12ਵੀਂ ਪੜ੍ਹਨ ਵਾਸਤੇ ਸਾਈਕਲ, ਮੇਰੀ ਲੰਬੀ ਲਿਸਟ ਹੈ ਕੀ ਇਹਨਾਂ ਨੇ ਬੰਦ ਕੀਤਾ। ਆ ਸਰਕਾਰ ਦੇ ਰਹਿਣ ਦੇ ਲਾਇਕ ਨਹੀਂ ਹੈ। 5 ਸਾਲ ਝੂਠ ਤੇ ਨਿਰਭਰ ਰਹੇ ਹੈ। 5 ਸਾਲ ਮੁੱਖ ਮੰਤਰੀ ਕੈਪਟਨ ਨਹੀਂ ਦਿਖਾਈ ਦਿੱਤਾ, ਇੱਕ ਕੰਮ ਨਹੀਂ ਕੀਤਾ। ਹੁਣ 2-3 ਮਹੀਨੇ ਪਹਿਲੇ ਕੈਪਟਨ ਨੂੰ ਲਾ ਦਿੱਤਾ ਤੇ ਹੁਣ ਕਾਂਗਰਸੀ ਦਿਖਾਉਣਾ ਚਾਹੁੰਦੇ ਹੈ ਕਿ ਸਾਰੇ ਪਾਪ ਕੈਪਟਨ ਦੇ ਸੀ। ਅਸੀਂ ਤਾਂ ਦੁੱਧ ਧੋਤੇ ਹੈ, ਅਸੀਂ ਤਾਂ ਨਵੀਂ ਸਾਡੀ ਸਰਕਾਰ ਹੈ, ਅਸੀਂ ਨਵੇਂ ਹੈ। ਉਹੀ ਮੰਤਰੀ ਸੀ ਉੱਥੇ, ਉਹ ਇਕੱਠੇ ਹੀ ਲੁੱਟਦੇ ਹੁੰਦੇ ਸੀ। ਤੇ ਹੁਣ ਜਿਵੇਂ ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀਆਂ ਸੌਵਾਂ ਖਾਧੀਆਂ ਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਵੋਟਾਂ ਲੈ ਲਈਆਂ, ਉਵੇਂ ਹੀ ਹੁਣ ਚੰਨੀ ਤੇ ਉਹਦੀ ਟੀਮ ਝੂਠ ਬੋਲ ਕੇ ਰੋਜ਼ ਐਲਾਨ। ਮੈਂ ਦੇਖ ਰਿਹਾ ਸੀ, ਇੱਕ ਲਿਸਟ ਬਣਾਈ ਮੈਂ, 1 ਮਹੀਨੇ ਦੇ ਅੰਦਰ 26-27 ਹਜ਼ਾਰ ਕਰੋੜ ਦੇ ਐਲਾਨ ਕਰਤੇ। ਉਹਨੂੰ ਪਤਾ ਹੈ ਕਿ ਹੁਣ ਕਿੰਨੇ, ਮੈਨੂੰ ਲੱਗਦਾ ਹੈ ਤਕਰੀਬਨ 180 ਘੰਟੇ ਰਹਿ ਗਏ ਇਹਨਾਂ ਦੇ। 180 ਘੰਟਿਆਂ ਬਾਅਦ ਆ ਚੀਮਾ ਸ਼ੀਮਾ ਜਿਹੜਾ ਇੱਥੇ ਤੁਰਿਆ ਫਿਰਦਾ, ਜਿਹਦੇ ਅੱਗੇ ਪਿੱਛੇ ਪੁਲਿਸ ਹੈ, ਉਹਨੂੰ ਪਤਾ ਹੋਊਗਾ ਜਿਹੜੇ ਪੁਲਿਸ ਉਹਦੇ ਅੱਗੇ ਪਿੱਛੇ ਹੈ ਉਹਨਾਂ ਪੁਲਿਸ ਕੋਲੇ ਡਾਂਗ ਹੋਊਗੀ ਤੇ ਚੀਮਾ ਖੇਤਾਂ 'ਚ ਭਜਦਾ ਹੋਊਗਾ। ਹੁਣ ਜਿਹੜੇ ਚੰਨੀ ਕੀ ਕਰ ਰਹੇ ਆ, ਚੰਨੀ ਕੀ ਕਰ ਰਹੇ ਆ, ਕੱਲੇ ਲਾਨ, ਝੂਠ ਤੇ ਝੂਠ। ਉਹਨੂੰ ਪਤਾ ਹੈ ਕਿ ਪੈਸਾ ਤਾਂ ਭੇਜਣਾ ਹੀ ਨਹੀਂ, ਐਲਾਨ ਕਰ ਦਿਓ, ਲੋਕੀ ਗੁੰਮਰਾਹ ਕਰ ਦਿਓ, ਸ਼ਾਇਦ ਸਾਨੂੰ ਵੋਟਾਂ ਪਾ ਦੇਣਗੇ ਤੇ ਉਹਦੇ ਬਾਅਦ ਅਸੀਂ ਫਿਰ ਤੋਂ ਠੱਗੀ ਮਾਰਾਂਗੇ। 5 ਸਾਲ 2 ਵੱਡੇ ਮੁੱਦਿਆਂ ਤੇ ਇਹਨਾਂ ਨੇ ਸਿਆਸਤ ਕੀਤੀ। 5 ਸਾਲ ਇੱਕ ਗੁਰੂ ਮਹਾਰਾਜ ਦੀ ਜੋ ਬੇਅਦਬੀ ਹੋਈ ਉਹਦੇ ਤੇ ਸਿਆਸਤ ਕੀਤੀ। ਦੋਸ਼ੀਆਂ ਨੂੰ ਫੜਨ ਦੇ ਬਜਾਏ ਉਹਨਾਂ ਨੇ ਇੱਕੋ ਹੀ ਕੰਮ ਰੱਖਿਆ ਸੀ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਹੈ ਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਨਾ ਹੈ। 5 ਸਾਲ ਅਫਸਰ ਲਾਤੇ ਕਿ ਲੱਭੋ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਂ ਸਦਾ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਜਾਂ ਸੁਖਬੀਰ ਸਿੰਘ ਖਿਲਾਫ, ਬਾਦਲ ਦੇ ਖਿਲਾਫ ਪਰਚੇ ਦੇ ਦੋ, ਪਰ ਇੱਕ ਲਫ਼ਜ਼ ਨਹੀਂ ਲਿਖ ਸਕੇ। ਹਾਈ ਕੋਰਟ ਦੇ ਜੱਜ ਨੇ ਆਈਜੀ ਦੇ ਖਿਲਾਫ ਜਿਹੜਾ ਬੇਅਦਬੀ ਦੀ ਐਸਟੀਐਫ ਬਣਾਈ ਗਈ ਸੀ, ਕੀ ਲਿਖਿਆ ਕਿ ਇਹ ਇਕੱਲਾ ਸਿਆਸਤ ਕਰ ਰਿਹਾ ਹੈ, ਆਨੇ ਕੋਈ ਦੋਸ਼ੀ ਫੜਨ ਦਾ ਕੋਈ ਇਰਾਦਾ ਨਹੀਂ। ਜੇ ਅੱਜ ਦੋਸ਼ੀ ਫੜੇ ਹੁੰਦੇ ਕਿ ਜੋ ਪਵਿੱਤਰ ਸਥਾਨ ਦਰਬਾਰ ਸਾਹਿਬ ਛੋਇਆ ਉਹ ਨਹੀਂ ਹੋਣਾ ਸੀ। ਤੁਸੀਂ ਆ ਵੀ ਹਾਲਾਤ ਦੇਖ ਲਓ, ਬਹੁਤ ਮਾੜੀ ਘਟਨਾ ਸ੍ਰੀ ਦਰਬਾਰ ਸਾਹਿਬ ਹੋਈ। ਉਸ ਘਟਨਾ ਤੋਂ 4 ਦਿਨ ਪਹਿਲੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਗੁਟਕਾ ਸਾਹਿਬ ਸਿੱਟੇ ਗਏ। ਉਹ ਜਿਹੜੇ ਸਿੱਟੇ ਉਸ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਪਰ ਪੁਲਿਸ ਨੇ ਕੁਝ ਨਹੀਂ ਕੀਤਾ।
ਹਲੇ ਤੱਕ ਕੁਝ ਨਹੀਂ ਕੀਤਾ। ਹਲੇ ਤੱਕ ਉਹਨੂੰ ਪੁੱਛਗਿੱਛ ਨਹੀਂ ਕੀਤੀ ਕਿ ਕਿਹਨੇ ਭੇਜਿਆ। ਤੇ 4 ਦਿਨ ਬਾਅਦ ਆ ਕਾਨੂੰਨੀ ਹਲਕਤ ਹੋਈ, ਕਿਉਂਕਿ ਇਹਨਾਂ ਦਾ ਨਿਸ਼ਾਨਾ ਹੀ ਨਹੀਂ। ਹੁਣ ਇੱਥੇ ਆ ਕੇ ਬੇਅਦਬੀ ਦੀ ਗੱਲ ਕਰਦੇ ਆ। ਇੱਥੇ ਉਹ ਪਾਗਲ ਜਾਂ ਨਵਜੋਤ ਸਿੱਧੂ ਹੈ, ਮੈਂਟਲ ਸਿੱਧੂ ਮੈਂ ਕਹਿੰਦਾ ਉਹਨਾਂ ਨੂੰ। ਹੁਣ ਮੈਂਟਲ ਸਿੱਧੂ ਇੱਥੇ ਆ ਕੇ ਕਹਿੰਦਾ ਕਿ ਜਿਹਨੇ ਬੇਅਦਬੀ ਕੀਤੀ ਉਹਨੂੰ ਫਾਂਸੀ ਲੱਗਣੀ ਚਾਹੀਦੀ ਹੈ। ਮੈਂ ਮੈਂਟਲ ਸਿੱਧੂ ਨੂੰ ਕਹਿੰਦਾ ਸਭ ਤੋਂ ਪਹਿਲੇ ਗਾਂਧੀ ਪਰਿਵਾਰ ਦੇ ਫਾਂਸੀ ਦੇ, ਜਿਹਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ। ਜੇ ਹਿੰਮਤ ਹੈ ਤੇ ਬਿਆਨ ਦੇ ਕਿ ਗਾਂਧੀ ਪਰਿਵਾਰ ਨੂੰ ਫਾਂਸੀ ਹੋਣੀ ਚਾਹੀਦੀ ਹੈ, ਸੱਜਣ ਕੁਮਾਰ ਨੂੰ ਫਾਂਸੀ ਹੋਣੀ ਚਾਹੀਦੀ ਹੈ, ਟਾਈਟਲਰ ਨੂੰ ਫਾਂਸੀ ਹੋਣੀ ਚਾਹੀਦੀ ਹੈ। ਕਿਉਂ ਨਹੀਂ ਬਿਮਾਰ ਦਿੰਦਾ? ਉਹਨਾਂ ਨੇ ਹਜ਼ਾਰਾਂ ਗੁਰੂ ਘਰਾਂ ਤੇ ਹਮਲਾ ਕੀਤਾ, ਹਜ਼ਾਰਾਂ ਲੱਖਾਂ ਭੈਣ ਭਰਾਵਾਂ ਦੇ ਕਤਲੇਆਮ ਕੀਤਾ। ਉਹਦੀ ਤਾਂ ਗੱਲ ਕਰਦੇ ਨਹੀਂ। ਪਰ ਡਰਾਮਾ ਜਿੰਨਾ ਮਰਜ਼ੀ ਕਰਾ ਲਓ ਕਿ ਕਾਂਗਰਸੀ ਕੌਮ ਦੇ ਹਮਦਰਦ ਹੈ। ਤੁਹਾਡੀ ਮਾਂ ਪਾਰਟੀ ਆ ਸਾਰੀ ਜਿੰਨੀਆਂ ਤਾਕਤ ਹੈ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਸਿੱਖ ਪੰਥ ਤੇ ਪੰਜਾਬ ਨੂੰ ਕਮਜ਼ੋਰ ਤਾਂ ਕਰ ਸਕਦੇ ਆ ਜੇ ਪੰਜਾਬੀਆਂ ਤੇ ਕੌਮ ਦੀ ਜਥੇਬੰਦੀ ਨੂੰ ਕਮਜ਼ੋਰ ਕਰ ਦਿਓ। ਇਹਨਾਂ ਸਾਰੀਆਂ ਤਾਕਤਾਂ ਲੱਗੀਆਂ ਤੁਹਾਡੇ ਤੇ ਹਮਲਾ ਕਰਨ ਤੇ, ਪਰ ਪ੍ਰਮਾਤਮਾ ਦੀ ਬਖਸ਼ਿਸ਼ ਹੈ। ਕੋਈ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ, ਕੋਈ ਖਾਲਸਾ ਪੰਥ ਦੀ ਜਥੇਬੰਦੀ ਨੂੰ ਕੋਈ ਕਮਜ਼ੋਰ ਨਾ ਕਰ ਸਕਿਆ। ਕਿਉਂਕਿ ਜਿੰਨਾ ਤੁਸੀਂ ਦਬਾਓਗੇ, ਜਿੰਨੇ ਤੁਸੀਂ ਧੱਕੇ ਕਰੋਗੇ, ਓਨੀ ਤਕੜੀ ਆ ਜਥੇਬੰਦੀ ਹੈ। ਹੋ ਤੁਸੀਂ ਦੇਖਿਆ ਕਿਵੇਂ ਤੁਹਾਡੇ ਦੇ ਝੂਠੇ ਪਰਚੇ ਦਿੱਤੇ। ਉਵੇਂ ਹੀ ਪਰਸੋਂ ਵਿਕਰਮ ਸਿੰਘ ਮਜੀਠੀਆ ਤੇ ਇਹਨਾਂ ਨੇ ਝੂਠਾ ਪਰਚਾ ਦੇਤਾ। ਪਿਛਲੇ 3 ਮਹੀਨਿਆਂ ਦੇ ਲੱਗੇ ਕਿ ਝੂਠਾ ਪਰਚਾ ਦਿਓ। ਜਿਹੜਾ ਡੀਜੀਪੀ ਲਾਉਂਦੇ ਉਹਨੂੰ ਕਹਿੰਦੇ ਤੈਨੂੰ ਡੀਜੀਪੀ ਤਾਂ ਲਾਵਾਂਗੇ ਕਿ ਤੂੰ ਪਰਚਾ ਦੇ। ਉਹ ਕਹਿੰਦਾ ਜੀ ਕੇਸ ਹੀ ਹੈ ਨਹੀਂ, ਮੈਂ ਪਰਚਾ ਕਿਵੇਂ ਦੇਵਾਂ? ਕਹਿੰਦਾ ਇਹਨੂੰ ਲਾ ਦਿਓ। ਪਿਛਲੇ 3 ਮਹੀਨਿਆਂ ਦੇ 3 ਡੀਜੀਪੀ ਬਦਲ ਦਿੱਤੇ। ਫਿਰ ਇਹਨਾਂ ਨੇ ਬਿਊਰੋ ਆਫ ਇਨਵੈਸਟੀਗੇਸ਼ਨ, ਜਿਹੜੀ ਸਾਰੀ ਇਨਵੈਸਟੀਗੇਸ਼ਨ ਦੀ ਪੰਜਾਬ ਪੁਲਿਸ ਦੀ ਹੈੱਡ ਹੈ, ਉਹਦੇ ਜਿਹੜਾ ਹੈੱਡ ਹੈ ਉਹਨੂੰ ਬੁਲਾਇਆ ਕਿ ਡੀਜੀਪੀ ਮੰਨਦੇ ਨਹੀਂ। ਚੰਨੀ ਤੇ ਸੁੱਖੀ ਰੰਧਾਵਾ ਰੋਜ਼ 8-8 ਘੰਟੇ ਬੁਲਾ ਕੇ ਕਹਿੰਦੇ ਪਰਚਾ ਦਿਓ। ਉਹ ਕਹਿੰਦੇ ਕੇਸ ਹੀ ਹੈ ਨਹੀਂ, ਕਿਵੇਂ ਦਈਏ? ਕਹਿੰਦਾ ਇਹਨਾਂ ਨੂੰ ਬਦਲ ਦਿਓ। 3 ਡੀਜੀ ਬਿਊਰੋ ਆਫ ਇਨਵੈਸਟੀਗੇਸ਼ਨ ਦੇ 3 ਏਡੀਜੀਪੀ ਬਦਲ ਦਿੱਤੇ। 2 ਏਡੀਜੀਪੀ ਨੇ ਤਾਂ ਲਿਖ ਕੇ ਦੇਦਾ ਉਹਨੂੰ ਵਾਪਸ ਕਿ ਕੋਈ ਚੀਜ਼ ਹੈ ਹੀ ਨਹੀਂ, ਜਦੋਂ ਕਿਵੇਂ ਝੂਠਾ ਕੇਸ ਬਣਾ ਦਾਂਗੇ। ਫਿਰ 2 ਐਸਐਸਪੀ ਬੁਲਾਏ, ਐਸਐਸਪੀ ਵੀ ਨਾ ਕਰ ਗਏ। ਫਿਰ ਅਖੀਰ ਚ ਉਹਨਾਂ ਨੇ ਆ ਚੱਤੋਪਾਧਿਆ ਜਿਹੜਾ ਡੀਜੀਪੀ ਹੁਣ ਲਾਇਆ, ਜਿਹੜਾ ਲੱਗ ਨਹੀਂ ਸਕਦਾ ਡੀਜੀਪੀ, ਕਿਉਂਕਿ ਡੀਜੀਪੀ ਲਾਉਣ ਵਾਸਤੇ यूपीएससी ਦੀ ਅਪਰੂਵਲ ਚਾਹੀਦੀ ਹੈ। ਤੇ यूपीएससी ਦੀ ਅਪਰੂਵਲ ਪਹਿਲੇ ਗਈ ਸੀ ਇਹਦੀ। ਉਹਨਾਂ ਨੇ ਕਹਿਤਾ ਕਿ ਆ ਸਭ ਤੋਂ ਨਕੰਮਾ ਬੰਦਾ ਹੈ, ਨਹੀਂ ਲੱਗ ਸਕਦਾ। ਉਹਨੂੰ ਲਿਸਟ ਚੋਂ ਕੱਢਤਾ। ਆਈਡੀਜੀ ਚੱਤੋਪਾਧਿਆ ਹਾਈ ਕੋਰਟ ਚਲੇ ਗਿਆ, ਹਾਈ ਕੋਰਟ ਨੇ ਰੱਦ ਕਰਤਾ ਕਿ ਨਹੀਂ ਲੱਗ ਸਕਦਾ। ਫਿਰ ਚੱਤੋਪਾਧਿਆ ਸੁਪਰੀਮ ਕੋਰਟ ਚਲੇ ਗਿਆ ਕਿ ਮੇਰਾ ਨਾਂ ਕਿਉਂ ਕੱਢਿਆ। ਸੁਪਰੀਮ ਕੋਰਟ ਨੇ ਕਿਹਾ ਨਹੀਂ ਲੱਗ ਸਕਦਾ, ਇਹਦਾ ਕੈਰੈਕਟਰ ਠੀਕ ਨਹੀਂ ਆ, ਬੰਦਾ ਠੀਕ ਨਹੀਂ। ਉਹੀ ਚੱਤੋਪਾਧਿਆ ਜਿਹਨੂੰ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਵਾਰ ਮੇਰੇ ਤੇ ਵੱਡੇ ਬਾਦਲ ਸਾਹਿਬ ਤੇ ਕੇਸ ਕੀਤਾ ਸੀ, ਇਹਨੂੰ ਲਾਇਆ ਸੀ ਉਦੋਂ ਵੀ ਸਾਡੇ ਤੇ। ਹੁਣ ਇਹਨੂੰ ਬੁਲਾ ਕੇ ਕਿਹਾ ਕਿ ਤੈਨੂੰ ਡੀਜੀਪੀ ਲਾ ਦਿੰਨੇ ਆ, ਤੇਰਾ ਸ਼ੌਕ ਪੂਰਾ ਕਰ ਦਿੰਨੇ ਆ, ਕਿਉਂਕਿ 31 ਮਾਰਚ ਨੂੰ ਰਿਟਾਇਰ ਹੋ ਜਾਣਾ ਹੈ, ਤਾਂ ਤੂੰ ਕੇਸ ਕਰ ਦੇ। ਤੇ ਬੁਲਾ ਕੇ ਤੁਸੀਂ ਦੇਖੋ ਕਿਸੇ ਥਾਣੇ 'ਚ ਕੇਸ ਨਹੀਂ, ਡੀਜੀਪੀ ਨੇ ਲਿਖ ਕੇ ਆਰਡਰ ਕੀਤਾ ਕਿ ਕੇਸ ਰਜਿਸਟਰ ਕਰੋ। ਅੱਜ ਤੱਕ ਕਿਤੇ ਕੇਸ ਰਜਿਸਟਰ ਡੀਜੀਪੀ ਦੇ ਕਹਿਣ ਤੇ ਨਹੀਂ ਹੋ ਸਕਿਆ ਜਾਂ ਕੀਤਾ, ਪਰ ਕਰਤਾ। ਮੈਂ ਕਿਹਾ ਕੋਈ ਗੱਲ ਨਹੀਂ, ਜਿੰਨੇ ਮਰਜੀ ਚੱਤੋਪਾਧਿਆ, ਜਿੰਨੇ ਮਰਜੀ ਚੰਨੀ, ਜਿੰਨੇ ਮਰਜੀ ਸੁੱਖੀ ਰੰਧਾਵਾ ਕੇਸ ਕਰ ਲਾ, ਕੱਲੇ 2 ਮਹੀਨੇ ਰਹਿ ਗਏ। ਫਿਰ ਤੁਹਾਨੂੰ ਭੁਗਤਣੇ ਪੈਣਗੇ, ਤੁਹਾਨੂੰ ਭੁਗਤਣੇ ਪੈਣਗੇ।
फिर पंजाब दी जनता थानू लंबे पाऊ। मैं तुहानू अज दस दिना जेड़ा झूठा केस करदा वो कानून तोड़दा ते जे कानून तोड़दा ओदे ते केस हुंदा ते हुण तैयार हो जाओ। कल्ले 1.5-2 महीने रह गए हैं। मैं सारिਆਂ ਨੂੰ कहना चाहना मेरा सिर झुकदा थोड़े चरनां च। जिन्ना जुल्म तुसी इस हल्के वाले ने सहा तुसी बहुत थोड़े नाल धक्का होया। मैं दिलों बड़ा दुखी है। ए जे ਇਹਦੇ ਜਿਹੜੇ ਕਾਂਗਰਸੀ ਵਿਧਾਇਕ ਵਰਗੇ ਇਹ ਜੇ 15-20 ਵਿਧਾਇਕ ਆ ਪੰਜਾਬ 'ਚ। ਇੱਕੋ ਗਿੱਠੂ ਜਿਹਾ ਹੈਗਾ ਜੀਰੇ ਵਾਲਾ ਐਡਾ 4 ਫੁੱਟੀ ਉਹਨੇ ਵੀ ਗੰਦ ਪਾਇਆ। ਪਿੰਕੀ ਨੇ ਗੰਦ ਪਾਇਆ। ਜਾਖੜ ਨੇ ਗੰਦ ਪਾਇਆ। ਆ ਸੋਚਦੇ ਆ ਕਿ ਅਸੀਂ ਦਬਾ ਕੇ ਧੱਕੇ ਕਰਕੇ ਅਸੀਂ ਲੋਕਾਂ ਦੀਆਂ ਵੋਟਾਂ ਲੈ ਲਾਂਗੇ। ਸਰਪੰਚੀ ਦਾ ਤੁਸੀਂ ਲੈ ਸਕਦੇ ਹੋ। ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਤੁਸੀਂ ਜਿੱਤ ਸਕਦੇ ਹੋ ਕਾਗਜ਼ ਰੱਦ ਕਰਕੇ। ਪਰ ਐਮਐਲਏ ਦੇ ਇਲੈਕਸ਼ਨ ਨਹੀਂ ਹੁੰਦੇ। ਮੈਂ ਇੰਨਾ ਕਹਿਣਾ ਚਾਹਣਾ ਮੈਂ ਪੰਜਾਬ ਦੇ ਕੋਨੇ-ਕੋਨੇ ਤੋਂ ਹੋ ਕੇ ਆਇਆ। ਮੈਨੂੰ ਤਕਰੀਬਨ 2 ਮਹੀਨੇ ਹੋ ਗਏ ਘਰੋਂ ਨਿਕਲੇ। 2 ਮਹੀਨੇ ਤੁਸੀਂ ਰੋਜ਼ ਦੇਖਦੇ ਹੋ ਕਿਤੇ ਕਿੱਥੇ ਆ, ਕਿਤੇ ਪਠਾਨਕੋਟ ਹੈ, ਕਿਤੇ ਹੁਸ਼ਿਆਰਪੁਰ ਹੈ। 2 ਮਹੀਨੇ ਹੋ ਗਏ। तकरीबन 65 हल्कों चो मैं जाके आया। जय जय तूफान थोड़ी पार्टी का गढ़ जोड़ता है। मैं अपनी जिंदगी च ऐ जानी देखिया। ते तुसी ते 2-3 गल्लां मैं तुहानू मेरी नोट कर लिया। तुसी कहोगे कि भविष्यवाणी चंगी दिंदा है। मैं तुहानू पहले ही दस देना आम आदमी पार्टी नू 5 सीटां तो वध नहीं मिलदियां। मैं तुहानू अज दसदा पूरे पंजाब कांग्रेस पार्टी नू 15 तो वध नहीं मिलदियां। मैं तुहानू अज देख लियो। थोड़ी पार्टी रिकॉर्ड कायम करूगी जदों दा पंजाब आजाद होया। जे जो माहौल मैं देखे मैं लगदा 90-85-90 तो उत्ते जाणगियां। मैं तुहानू अज दस देना जिंदाबाद जिंदाबाद। आ जड़ियां 3 सरकारां लगियां पूरे पैसे नाल पूरे पैसा ते पुलिस नाल गुंडागर्दी नाल 3 सरकारां थोड़े हमला करी बैठियां। पर श्रोमणी अकाली दल दे बहादुर सूरमे 3 सरकारां नूं भजाउणगे। 3 सरकारां नूं श्रोमणी अकाली दल दी सब तो वड्डी शक्ति की है असी जबान दे पक्के हैं। जो जबान करती भावें सिर वड्या जाए असी पूरी करते हैं। मैनू याद है जो सरदार प्रकाश सिंह बादल ने जबान की थी कि मैं ट्यूबलां दे बिल माफ करूं उदों कांग्रेसी कहते हो ही नहीं सकता। बादल साहब ने पूरी जबान की थी। जो बादल साहब ने कहा मैं गरीब नू 4 रुपए किलो आटा ते 20 किलो दाल दूंगा कहते कांग्रेसी हो ही नहीं सकता। दे दी। जो मैं जबान दी कि मैं बिजली आमो आम कर दूंगा 30,000 करोड़ दे थर्मल प्लांट ला के आमो आम करती उदों कांग्रेसी कहते हो ही नहीं सकता। जो मैं पिछली बार याद करो मैं बयान दिता सी कि हर वड्डे शहर नू दूजे शहर ते चंडीगढ़ ते गुरु दी नगरी अंमृतसर नाल मैं 4 ते 6 लेन दियां सड़कां नाल जोड़ दूं जिहदे नाल करके जानां बचणगियां ते पंजाब दी तरक्की होऊगी। कहंदा किवें होणगियां। अज देखो तुसी जे जलंधरों तुसी बरनाले जाने हो तुसी जलंधरों चंडीगढ़ जाने हो अंमृतसर जाने हो पठानकोट जाने हो किते भी जाने हो सड़कां दे जाल देखो। असी जो जबान कीती हुण असी अपना एक 13 नुकाती प्रोग्राम लेके आए कि असी सोच की है की करना है। बड़े सोच समझ के जिहड़ी चीज की लोड़ है जिहदे नाल पंजाब दी अगे वध सकदा है वो चीज़ां लेके आए। मेरी सरकार दी थोड़ी सरकार दी आने वाले दा वड्डा 2 निशाने हैं। एक नौजवानों नूं पैरां ते खड़े करना उहदे वास्ते असी 4-5 चीजें। सब तो पहले तो मैं कहना चाहना है कि जिहड़ा सरकारी स्कूल सिस्टम है ਇਹਦੇ ਚ ਬਦਲਾਅ ਲੈ ਕੇ ਆਵਾਂਗੇ।
ਆ ਜਿਹੜੇ ਪਿੰਡਾਂ ਵਿੱਚ 4 ਕਮਰੇ 5 ਕਮਰਿਆਂ ਦੇ ਸਕੂਲ ਹੈ ਜਿੱਥੇ ਮਸਾ 2 ਟੀਚਰ ਹੈ ਉਹ ਕਾਮਯਾਬ ਨਹੀਂ ਹੈ। ਪੰਜਾਬੀ ਦਾ ਟੀਚਰ ਸਾਇੰਸ ਕਿਵੇਂ ਪੜ੍ਹਾ ਸਕਦਾ ਹੈ? ਪਰ ਖਾਨਾ ਪੂਰਤੀ ਹੈ। ਇਸ ਕਰਕੇ ਮੈਂ ਫੈਸਲਾ ਕੀਤਾ ਕਿ ਹਰ 25,000 ਆਬਾਦੀ ਦੇ ਅੰਦਰ मतलब 10-12 ਪਿੰਡਾਂ ਦੇ ਅੰਦਰ ਇੱਕ 5,000 ਬੱਚੇ ਦਾ ਇੱਕ ਸਕੂਲ ਬਣਾਇਆ ਜਾਊਗਾ ਵੱਡਾ। 50 ਬੱਚੇ ਮਗਰ ਇੱਕ ਟੀਚਰ ਮੀਨ 100 ਟੀਚਰ ਇੱਕ ਸਕੂਲ ਛੋਣਗੇ, ਉਹਨਾਂ ਦੇ ਮਕਾਨ ਵੀ ਇੱਥੇ ਹੋਣਗੇ। ਬੋਲੇ ਸੋਨਹਾਲ। ਜਿਵੇਂ ਤੁਹਾਡਾ ਹਲਕਾ 2.5 ਲੱਖ ਆਬਾਦੀ ਹੋਣੀ ਹੈ ਤਾਂ ਤਕਰੀਬਨ ਅਸੀਂ 10 ਇਹ ਸਕੂਲ ਪੂਰੇ ਤੁਹਾਡੇ ਹਲਕੇ ਚ ਹੋਣਗੇ। ਘੱਟ ਤੋਂ ਘੱਟ ਜਿਹੜੀ ਪੜ੍ਹਾਈ ਹੋਊਗੀ ਉਹ ਚੰਗੀ ਕੁਆਲਿਟੀ ਦੀ ਪੜ੍ਹਾਈ ਹੋਊਗੀ। ਦੂਜੀ ਗੱਲ, ਜਿੰਨੀਆਂ ਯੂਨੀਵਰਸਿਟੀਆਂ ਪੰਜਾਬ ਚ ਕਾਲਜ ਹੈ ਜੇ ਉਹਨਾਂ ਵਿੱਚ 33% ਸੀਟਾਂ ਜਿਹੜੇ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚੇ ਹੈ ਉਹਨਾਂ ਵਾਸਤੇ ਰੱਖੀਆਂ ਜਾਣਗੀਆਂ। ਜਿਵੇਂ ਲਵਲੀ ਯੂਨੀਵਰਸਿਟੀ ਤੁਹਾਡੇ ਜਲੰਧਰ ਚ ਹੈ 40,000 ਬੱਚਾ ਪੜ੍ਹਦਾ ਹੈ, ਅਗਲੇ ਸਾਲ ਤੋਂ 12,000 ਬੱਚਾ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਹੋਣੇ ਪੈਣੇ, ਉਹਨਾਂ ਨੂੰ ਰੱਖਣੇ ਪੜਾਉਣੇ ਪੈਣੇ ਆ। ਬੋਲੇ ਸੋਨਹਾਲ। ਨਾਲੇ ਜਿਹੜੇ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚੇ ਹੈ ਉਹਨਾਂ ਦੀ ਪੜ੍ਹਾਈ ਦਾ ਖਰਚਾ ਪੰਜਾਬ ਸਰਕਾਰ ਚੱਕੇਗੀ। ਮੈਂ ਅਗਲੇ 5-7 ਸਾਲਾਂ 'ਚ ਮੈਂ ਡਾਕਟਰ ਬਣਾ ਕੇ ਦਿਖਾਊਂਗਾ, ਇੰਜੀਨੀਅਰ ਬਣਾ ਕੇ, ਜਿਹੜੇ ਗਰੀਬ ਘਰਾਂ ਦੇ ਪਿੰਡਾਂ ਦੇ ਬੱਚੇ ਜਿਹੜੇ ਅੱਜ ਤੱਕ ਵਾਂਝੇ ਰਹੇ ਆ। ਬੋਲੇ ਸੋਨਹਾਲ। ਬਹੁਤ ਆਪਣੇ ਬੱਚੇ ਪੰਜਾਬ ਤੋਂ ਬਾਹਰ ਵੀ ਪੜ੍ਹਨਾ ਚਾਹੁੰਦੇ ਆ। ਕੋਈ ਦਿੱਲੀ ਪੜ੍ਹਨਾ ਚਾਹੁੰਦਾ ਹੈ, ਕੋਈ ਬੰਬਈ ਪੜ੍ਹਨਾ ਚਾਹੁੰਦਾ ਹੈ, ਕੋਈ ਕੈਨੇਡਾ ਪੜ੍ਹਨਾ ਚਾਹੁੰਦਾ ਹੈ, ਕੋਈ ਨਿਊਜ਼ੀਲੈਂਡ ਪੜ੍ਹਨਾ ਚਾਹੁੰਦਾ ਹੈ। ਵਿਚਾਰਿਆਂ ਕੋਲੇ ਸਾਧਨ ਹੈ ਨਹੀਂ, ਜਾਂ ਜ਼ਮੀਨ ਵੇਚਦੇ ਆ ਜਾਂ ਕਰਜ਼ਾ ਲੈਂਦੇ ਆ। ਪਰ ਹੁਣ ਮੇਰੇ ਭੈਣ ਭਰਾਵੋ, ਤੁਹਾਨੂੰ ਕੋਈ ਵੇਚਣ ਦੀ ਲੋੜ ਨਹੀਂ। ਅਸੀਂ ਸਟੂਡੈਂਟ ਕਾਰਡ ਸਕੀਮ ਲੈ ਕੇ ਆ ਰਹੇ ਹਾਂ। ਮਤਲਬ 10 ਲੱਖ ਰੁਪਏ ਦਾ ਕਾਰਡ ਦੀ ਸਕੀਮ ਹੈ। ਜਿਸ ਬੱਚੇ ਨੂੰ ਕਿਸੇ ਵੀ ਯੂਨੀਵਰਸਿਟੀ ਹਿੰਦੁਸਤਾਨ ਜਾਂ ਹਿੰਦੁਸਤਾਨ ਤੋਂ ਬਾਹਰ ਕਿਤੇ ਦਾਖਲਾ ਮਿਲ ਗਿਆ, ਉਹ ਚਿੱਠੀ ਸਾਨੂੰ ਦੇਊਗਾ, ਉਸ ਯੂਨੀਵਰਸਿਟੀ ਨੂੰ ਸਿੱਧਾ 10 ਲੱਖ ਰੁਪਏ ਤੱਕ ਅਸੀਂ ਪੈਸਾ ਭੇਜਾਂਗੇ। ਕੋਈ ਗਰੰਟੀ ਤੁਹਾਡੀ ਨਹੀਂ, ਕੋਈ ਵਿਆਜ ਨਹੀਂ ਤੁਸੀਂ ਭਰਨਾ। ਜਦੋਂ ਤੁਸੀਂ ਪੜ੍ਹ ਲੈ, ਨੌਕਰੀ ਮਿਲ ਗਈ, 15 ਸਾਲਾਂ ਤੁਸੀਂ ਲਾ ਦੋਗੇ ਪੈਸਾ। ਘੱਟ ਤੋਂ ਘੱਟ ਤੁਸੀਂ ਪੈਰਾਂ ਤੇ ਖੜੇ ਹੋ ਜਾਓਗੇ। ਸਰਦਾਰ ਕਬੀਰ ਸਿੰਘ ਬਾਦਲ ਸਰਦਾਰ ਕਬੀਰ ਸਿੰਘ ਬਾਦਲ। ਨੌਜਵਾਨ ਬੱਚਿਆਂ ਵਾਸਤੇ ਇੱਕ ਹੋਰ ਸਕੀਮ ਵੀ ਲੈ ਕੇ ਆਏ ਹਾਂ। ਬਹੁਤ ਬੱਚੇ ਆਪਣਾ ਕੁਝ ਕੰਮ ਕਰਨਾ ਚਾਹੁੰਦੇ ਆ। ਕੋਈ ਦੁਕਾਨ ਖੋਲਣਾ ਚਾਹੁੰਦਾ ਹੈ, ਕੋਈ ਆਪਣੀਆਂ ਲੜਕੀਆਂ ਬਿਊਟੀ ਪਾਰਲਰ ਦਾ ਕੰਮ ਕਰਨਾ ਚਾਹੁੰਦੇ ਆ, ਕੋਈ ਸਿਖਲਾਈ ਦਾ ਕੋਈ ਬੁਟੀਕ ਖੋਲਣਾ ਚਾਹੁੰਦੀ ਹੈ। ਵਿਚਾਰਿਆਂ ਕੋਲੇ ਪੈਸਾ ਨਹੀਂ ਹੁੰਦਾ, ਬੱਚਿਆਂ ਕੋਲੇ ਕਿਸੇ ਕੋਲੇ ਲੱਖ ਦੀ ਲੋੜ ਹੈ, ਕਿਸੇ ਨੂੰ 2 ਲੱਖ ਦੀ ਲੋੜ ਹੈ, ਕਿਸੇ ਨੂੰ 3 ਲੱਖ ਦੀ ਲੋੜ ਹੈ। ਉਹ ਇੰਨੇ ਪੈਸੇ ਨਾਲ ਆਪਣੀ ਦੁਕਾਨ ਚੱਲ ਜਾਂਦੀ ਹੈ, ਪੈਰਾਂ ਤੇ ਖੜੇ ਹੋ ਜਾਂਦੇ ਆ। ਕੋਈ ਬੈਂਕ ਦਿੰਦਾ ਨਹੀਂ। ਇਸ ਕਰਕੇ ਅਸੀਂ ਸਕੀਮ ਲੈ ਕੇ ਆਏ ਹਾਂ ਕਿ ਜਿਹੜੇ ਪੰਜਾਬ ਕੋਆਪਰੇਟਿਵ ਬੈਂਕ ਤੋਂ ਜਿਹੜੇ ਬੱਚੇ ਦੇ ਬੱਚੀਆਂ ਆਪਣੇ ਪੈਰਾਂ ਤੇ ਖੜਨ ਵਾਸਤੇ ਕੋਈ ਕੰਮ ਕਰਨਾ ਚਾਹਣ, 5 ਲੱਖ ਰੁਪਏ ਦਾ ਲੋਨ ਉਹਨਾਂ ਨੂੰ ਦਿੱਤਾ ਜਾਊਗਾ, ਜਿਹਦਾ ਕੋਈ ਵਿਆਜ ਨਹੀਂ ਹੋਊਗਾ। ਉਹ 3 ਸਾਲ ਬਾਅਦ ਉਹ 10 ਸਾਲਾਂ 'ਚ ਮੋੜ ਦੇਣਗੇ, ਪਰ ਵਿਆਜ ਨਹੀਂ ਹੋਊਗਾ। ਘੱਟ ਤੋਂ ਘੱਟ ਉਹ ਆਪਣੇ ਪੈਰਾਂ ਤੇ ਕੋਈ ਕੰਮ ਕਰਕੇ ਖੜੇ ਹੋ ਸਕਣ। ਜਿੰਦਾਬਾਦ ਜਿੰਦਾਬਾਦ। ਇੱਕ ਮੈਂ ਤੁਹਾਨੂੰ ਇੱਕ ਹੋਰ ਗੱਲ ਕਰਨਾ ਚਾਹਣਾ ਹੈ। ਮੈਨੂੰ ਕੈਪਟਨ ਸਾਹਿਬ ਦੱਸ ਰਹੇ ਸੀ ਕਿ ਬਹੁਤ ਆਪਣੇ ਵਰਕਰਾਂ ਦੇ, ਆਮ ਜਨਤਾ ਦੇ ਨੀਲੇ ਕਾਰਡ ਕੱਟਤੇ ਹੈ ਇਹਨਾਂ ਨੇ। ਜਿਸ ਦਿਨ ਸਰਕਾਰ ਬਣ ਗਈ, ਜਿਹੜੇ ਪਹਿਲੇ ਮਹੀਨੇ ਕੈਂਪ ਲਾ ਕੇ ਸਾਰੇ ਹੀ ਨੀਲੇ ਕਾਰਡ ਨਵੇਂ ਬਣਾਏ ਜਾਣਗੇ, ਜਿਹੜੇ ਰਹਿ ਗਏ। ਤੇ ਦੂਜੀ ਗੱਲ, ਅਸੀਂ ਇੱਕ ਦੇਖਿਆ, ਮੈਂ ਬਹੁਤ ਗਰੀਬ ਔਰਤਾਂ ਜਿਨ੍ਹਾਂ ਨੂੰ ਬੜੀ ਲੋੜ ਹੁੰਦੀ ਹੈ ਪੈਸੇ ਦੀ, ਘਰ ਤਾਂ ਅਸਲੀ ਔਰਤ ਚਲਾਉਂਦੀ ਹੈ, ਕਈ ਵਾਰ ਘਰ ਵਾਲੇ ਵੀ ਉਹਨਾਂ ਨੂੰ ਪੈਸਾ ਨਹੀਂ ਦਿੰਦੇ, ਦਵਾਈ ਵਾਸਤੇ ਵੀ ਪੈਸਾ ਨਹੀਂ ਹੁੰਦਾ। ਮੈਂ ਵੱਡੇ ਬਾਦਲ ਸਾਹਿਬ ਕੋਲੇ ਬੈਠਾ ਸੀ, ਮੈਨੂੰ ਉਹਨਾਂ ਨੇ ਕਿਹਾ ਕਿ ਸੁਖਬੀਰ ਐਕਟੀ ਤੂੰ ਉਹਨਾਂ ਮਾਤਾਵਾਂ ਵਾਸਤੇ ਕੁਝ ਕਰ ਜਿਹੜਾ ਘਰ ਚਲਾਉਂਦੀਆਂ, ਜਿਨੇ ਸਾਰਾ ਪਰਿਵਾਰ ਨੂੰ ਰੱਖਣਾ ਹੈ। ਤੇ ਅਸੀਂ ਸੋਚ ਕੇ ਸਕੀਮ ਲਿਆਂਦੀ ਹੈ ਕਿ ਜਿਹੜੇ ਨੀਲੇ ਕਾਰਡ ਦੇ ਪਰਿਵਾਰ ਹੈ, ਜਿਹੜੇ ਉਹਨਾਂ ਦੀ ਮੁੱਖ ਔਰਤ ਜਿਹੜੀ ਘਰ ਚਲਾਉਂਦੀ ਹੈ, ਉਸ ਔਰਤ ਨੂੰ 2000 ਰੁਪਇਆ ਮਹੀਨਾ ਉਹਦੇ ਖਾਤੇ ਦਿੱਤਾ ਜਾਊਗਾ। ਘਰ ਤੋਂ ਘਰ ਜਦੋਂ ਲੋੜ ਪਏ ਆਪਣਾ ਸਹਾਰਾ ਬਣ ਸਕੇ। ਜਿਵੇਂ ਅਮਰੀਕਾ, ਕੈਨੇਡਾ ਵਿੱਚ
ਮੈਡੀਕਲ ਇੰਸ਼ੋਰੈਂਸ ਹੈ, ਤੁਸੀਂ ਕੋਈ ਹਸਪਤਾਲ ਜਾ ਕੇ ਕੱਲਾ ਕਾਰਡ ਦਿਖਾਉਣਾ ਹੈ, ਉਵੇਂ ਹੀ ਅਸੀਂ ਮੈਡੀਕਲ ਇੰਸ਼ੋਰੈਂਸ ਸਕੀਮ ਇੱਥੇ ਲੈ ਕੇ ਆ ਰਹੇ ਹਾਂ। 10 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਕਾਰਡ ਤੁਹਾਡਾ ਬਣਾਇਆ ਜਾਊਗਾ ਹਰ ਪਰਿਵਾਰ ਦਾ, ਤੇ ਉਹਦਾ ਪ੍ਰੀਮੀਅਮ ਪੰਜਾਬ ਸਰਕਾਰ ਭਰੇਗੀ। ਜਿੰਦਾਬਾਦ। ਜਿਨ੍ਹਾਂ ਕੋਲੇ ਕੋਈ ਟਿਊਬਲ ਕਨੈਕਸ਼ਨ ਨਹੀਂ ਹੈ, ਉਹ ਪਰਿਵਾਰਾਂ ਨੂੰ ਪਹਿਲੇ ਹੀ ਮਹੀਨੇ ਇੱਕ ਟਿਊਬਲ ਕਨੈਕਸ਼ਨ ਦਿੱਤਾ ਜਾਊਗਾ। ਜਿਨ੍ਹਾਂ ਕੋਲੇ ਕੋਈ ਟਿਊਬਲ ਕਨੈਕਸ਼ਨ ਨਹੀਂ ਹੈ, ਇੱਕ ਫਸਲਾਂ ਦਾ ਬੀਮਾ, ਗੜੇ ਪੈ ਜਾਂਦੇ ਆ, ਕੋਰਾ ਪੈ ਜਾਂਦਾ, ਆਲੂ ਤਬਾਹ ਹੋ ਜਾਂਦੀਆਂ, ਸਬਜ਼ੀਆਂ ਤਬਾਹ ਹੋ ਜਾਂਦੀਆਂ, ਐਤਕੀ ਝੋਨਾ ਤਬਾਹ ਹੋ ਗਿਆ, ਮਾਲਵੇ ਵਿੱਚ ਸੁੰਡੀ ਕਾਰਨ ਨਰਮਾ ਤਬਾਹ ਹੋ ਗਿਆ, ਸਰਕਾਰ ਨੇ ਕੁਝ ਨਹੀਂ ਕੀਤਾ। बेचारा एक फसल तबाह हो जाए, अगले 10 साल पर किसान खड़ा नहीं हो सकता। उस करके असीं फैसला किया, जिवें ट्रैक्टर का बीमा हुंदा है, ट्रक का बीमा हुंदा है, ते एक्सीडेंट हो जाता पैसा मिल जाता है, असीं किसान की फसल का बीमा एक करावांगे 50,000 रुपए किले का, घट तो घट उस इंश्योरेंस कंपनी तो किसान नूं पैसा तो मिल जाए। बोले सोनहाल। दुध ते सब्जियां दी MSP थोड़ी सरकार देगी। जे कोई फसल सब्जी है 20 रुपये किलो MSP डिक्लेयर करती सरकार ने, जे रेट 18 रुपये हो गया फिर 2 रुपये पंजाब सरकार उन्होंने कंपनसेट करूगी। साडी सोच एक है कि गरीब किसान नूं पैरां ते खड़े रखो, क्योंकि एक झटके नाल ही परिवारां दे परिवार हिल जांदे है, वो नहीं होना चाहिए। इस करके मैं सारे सुल्तानपुर लोधी वाले तुसी जानते हो, इस गुरु दी नगरी नूं जो सजाया गया, सारिया गुरु दी नगरियां नूं सजाया है, कला श्रोमणी अकाली दल दे सरकारां ने सजाया है। जिन्ने अपने धार्मिक स्थान है, भावे दरबार साहब दे चारों तरफ देखो, भावे भगवान वाल्मीकि दा पवित्र स्थान राम तीर्थ है, करालगढ़ गुरु रविदास जी महाराज का स्थान है, दुर्गियाना मंदिर है, सारी जगह ते सरदार प्रकाश सिंह बादल ने करोड़ों रुपये ला के सजाए। अपना विरसा थोड़ी पंथ की नुमाइंदा जथेबंदी ने संभाल के रखा। साडी सोच, साहब बादल की सोच, श्रोमणी अकाली दल की सोच इको एक है, सरबत दा भला होए। श्रोमणी अकाली दल, मैं जो प्रधान बनया, मेरे पिता बादल साहब ने मैनू कहा कि 2 गल्लां तू याद रखी, पंजाब विच सदा अमन शांति रहनी चाहिए है। जे पंजाब विच अमन शांति ना रही तो पंजाब खत्म हो जाऊगा। दूजी गल, पंजाब विच भाईचारक सांझ रहनी चाहिए है, सारे धर्मां दा सत्कार होना चाहिए है। आई सोच अकाली दल दी है कि सारे धर्मां नूं जोड़ना, इकट्ठे करके पंजाब नूं अगे लेके जाना है। कई पार्टियां वो धर्मां नूं तरेड़ पा के अपना पोलिटिकल गेन करना चाहती है, वो सोच साडी नहीं है। इस करके आओ अपने पंजाब नूं वापस तरक्की दी लीयत लाइए, ते आ चोरां दा खेड़ा छड्डिए, ते जेड़े चोरां ने धक्के कीते हैं, मेरा वादा है कि इंसाफ तुहानूं दिलाऊंगा, ते नाले थोड़ा जेड़े MLA है, जिन्ना पैसा इहने लुटिया है, कल्ला इहनूं फड़ के मैनूं लगदा है थोड़े इलाके दी डेवलपमेंट हो जानी है। इन्ना इहने माल लुटिया, इहदे ढिड चों कड्डांगे। थोड़ा मैं बेनती करना चाहना है, कैप्टन हरमंदर सिंह जी बड़े वधिया नेक इंसाफ दिलों चंगे बंदे है। वो जिहड़ा कांग्रेसी है तो वो तो लोकां दी जेबां तरफ देखदा है। कैप्टन साहब अपनी जेब चों खर्चण वाले है। थोड़ी इलाके की तरक्की वास्ते एक वधिया इंसान मिले, चंगा सेवादार मिले। मैं तुहानूं कैप्टन साहब नूं विश्वास दौड़ा है, कुछ भी लोड़ होए, हले इत्थे बंद बनाउण दी लोड़ है, बहुत चीज़ां इत्थे करन दी लोड़ है, क्योंकि बहुत वड्डा जो बाढ़ आ जाता है नुकसान बहुत हुंदा। पिछली बार भी देखिया होना तुसीं कितना नुकसान होया। इहदा पक्का इलाज करांगे। परमात्मा मेहर करे, थोड़ा आशीर्वाद है, सरकार पंजाब बना दिओ, तुसीं देखोगे किवें पंजाब अगे वधदा। वाहिगुरू जी का खालसा, वाहिगुरू जी की फतेह।